Hello, dear students. Today we have a third lecture of ਸੂਖਮ ਜੀਵੀ ਮਿੱਤਰ ਅਤੇ ਦੁਸ਼ਮਣ। ਬੇਟਾ ਦੋ ਲੈਕਚਰ ਮੈਂ ਇਸ ਚੈਪਟਰ ਦੇ ਕਵਰ ਕਰ ਚੁੱਕੀ ਹਾਂ। ਅੱਜ ਮੈਂ ਤੀਜਾ ਹੈ ਲਵਾਂਗੀ। ਔਰ ਇੱਕ ਗੱਲ ਮੈਂ ਤੁਹਾਨੂੰ ਇੱਥੇ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਇਹ ਲੈਕਚਰ ਮੈਂ ਡਿਜ਼ਾਈਨ ਕੀਤੇ ਹੋਏ ਥੀਸ ਆਰ ਫॉर ਸਪੈਸ਼ਲੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਕਲਾਸਿਸ। ठीक है, क्लास 8th ਲਈ और बेसिकली both for English medium and Punjabi medium। सो लेट अस स्टार्ट विद आर थर्ड ਲੈਕਚਰ ऑफ ਸੂਖਮ ਜੀਵ ਅਤੇ ਮਿੱਤਰ। ਠੀਕ ਹੈ ਬੇਟਾ, ਇੱਥੇ ਆਪਾਂ ਗੱਲ ਕਰਾਂਗੇ ਕਿ ਕਿੱਦਾਂ ਆਪਾਂ ਜਿਹੜਾ ਹੈ ਤੁਹਾਡਾ ਟੀਕਾਕਰਨ ਦੀ ਗੱਲ ਕਰ ਰਹੇ ਹਾਂ ਅੱਜ ਆਪਾਂ। ਠੀਕ ਹੈ, ਲੈਟ ਅਸ ਸਟਾਰਟ ਵਿਦ ਯੂਅਰ ਨਿਊ ਟੌਪਿਕ ਦੈਟ ਇਜ਼ ਟੀਕਾ। ਬੇਟਾ ਜਿਹੜਾ ਆਪਾਂ ਟੀਕੇ ਦੀ ਗੱਲ ਕਰਾਂਗੇ ਅੱਜ ਵੈਕਸੀਨੇਸ਼ਨ ਦੀ, ਕਿ ਜਿਹੜੇ ਨਵ ਜੰਮੇ ਬੱਚੇ ਹੈ ਉਹਨਾਂ ਨੂੰ ਟੀਕੇ ਕਿਉਂ ਲਗਾਏ ਜਾਂਦੇ, ਇਹ ਕੁਐਸਚਨ ਬੜਾ ਇੰਪੋਰਟੈਂਟ ਹੈ। ਬੇਟਾ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਦੋਂ ਕੋਈ ਬਿਮਾਰੀ ਫੈਲਾਉਣ ਵਾਲੇ ਜੀਵਾਣੂ ਸਾਡੇ ਸਰੀਰ ਵਿੱਚ ਦਾਖਲ ਹੁੰਦੇ ਹਨ ਤਾਂ ਸਾਡਾ ਸਰੀਰ ਉਸ ਹਮਲਾਵਰ ਦਾ ਮੁਕਾਬਲਾ ਕਰਨ ਲਈ ਐਂਟੀਬੋਡੀਜ਼ ਪੈਦਾ ਕਰਦਾ ਹੈ। ਇੰਗਲਿਸ਼ ਮੀਡੀਅਮ ਐਂਟੀਬੋਡੀਜ਼ ਸਪੈਲਿੰਗ ANTIBODIES। ठीक है, ये ਜਿਹੜਾ ਸਾਡਾ ਸਰੀਰ ਐਂਟੀਬਾਡੀਜ਼ ਪੈਦਾ ਕਰਦਾ ਹੈ, ਇਹ ਕੀ ਕਰਦਾ ਹੈ ਕਿ ਇਹ ਸਰੀਰ ਵਿੱਚ ਦਾਖਲ ਹੋ ਜਿਹੜੇ ਵੀ ਦਾਖਲ ਹੁੰਦੇ ਜੀਵਾਣੂ ਉਹਨਾਂ ਨਾਲ ਲੜਦਾ ਹੈ ਤੇ ਇਹ ਵੀ ਧਿਆਨ ਰੱਖਦਾ ਹੈ ਕਿ ਅੱਗੇ ਤੋਂ ਜੇ ਦੁਬਾਰਾ ਸਾਡੇ ਸਰੀਰ ਤੇ ਉਹ ਜੀਵਾਣੂ ਅਟੈਕ ਕਰਨ ਤੇ ਇਹ ਉਹਨਾਂ ਤੋਂ ਸਾਡਾ ਬਚਾਓ ਕਰੇ। ਇੱਕ ਟੀਕਾ ਬੇਟਾ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲਈ ਲੱਗਦਾ ਹੈ, ਜਿੱਦਾਂ ਹੈਜ਼ਾ, TB, ਚੇਚਕ ਅਤੇ ਹੈਪੇਟਾਈਟਿਸ। ਪਿੱਛੇ ਜੀ ਲੱਗਦਾ ਸੀ ਹੈਪੇਟਾਈਟਿਸ C ਦਾ ਇੰਜੈਕਸ਼ਨ ਬਹੁਤ ਕਾਮਨ ਲੱਗਦਾ ਸੀ। ਇੱਕ ਚੇਚਕ ਦੀ ਬਿਮਾਰੀ ਸੀ, ਜਿੱਦਾਂ ਅੱਜ ਆਪਾਂ ਕਰੋਨਾ ਵਾਇਰਸ ਨਾਲ ਲੜ ਰਹੇ ਹਾਂ, ਇੱਦਾਂ ਹੀ ਚੇਚਕ ਦੀ ਬਿਮਾਰੀ ਨਾਲ ਆਪਾਂ ਆਲ ਓਵਰ ਵਰਲਡ ਲੜ ਰਿਹਾ ਸੀ ਬੇਟਾ। ਤੇ ਉਦੋਂ ਇਹਦੀ ਵੈਕਸੀਨੇਸ਼ਨ ਦੀ ਖੋਜ ਕੀਤੀ ਐਡਵਰਡ ਜੀਨਰ ਨੇ, ਜਿਹਦੇ ਬਾਰੇ ਆਪਾਂ ਅੱਜ ਮੈਂ ਛੋਟੀ ਜੀ ਤੁਹਾਨੂੰ ਇੱਕ ਵੀਡੀਓ ਦਿਖਾਵਾਂਗੀ, ਬਹੁਤ ਇੰਟਰਸਟਿੰਗ। ਠੀਕ ਹੈ, ਤੇ ਹੁਣ ਤੁਹਾਨੂੰ ਇਹ ਪਤਾ ਹੈ ਕਿ ਬਚਪਨ 'ਚ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਲਈ ਇੰਜੈਕਸ਼ਨ ਲੱਗਦੇ ਸੀ। ਠੀਕ ਹੈ, ਪਲਸ ਪੋਲੀਓ ਮੁਹਿੰਮ ਇਜ਼ ਵੈਰੀ ਇੰਪੋਰਟੈਂਟ। ਜਿਹੜੀ ਬੱਚਿਆਂ ਨੂੰ ਪਲਸ ਪੋਲੀਓ ਮੁਹਿੰਮ ਤੇ ਆਪਾਂ ਗੱਲ ਕਰਦੇ ਹਾਂ ਕਿ ਪਲਸ ਪੋਲੀਓ ਮੁਹਿੰਮ ਅੱਜ ਕੱਲ੍ਹ ਜਿਹੜੇ ਚਲਾ ਰਹੇ ਨੇ, ਠੀਕ ਹੈ ਨਾ। ਉਹ ਤੋਂ ਬਾਅਦ ਉਹਦਾ TV ਤੇ ਅਖਬਾਰਾਂ ਵਿੱਚ ਵੀ ਆਉਂਦਾ ਹੈ। ਬੇਟਾ ਅੱਜ ਕੱਲ੍ਹ ਜਿਹੜੇ ਸੂਖਮ ਜੀਵੀ ਹੈ ਨਾ, ਉਹਨਾਂ ਲਈ ਬਹੁਤ ਵੱਡੇ ਪੱਧਰ ਤੇ ਇੰਜੈਕਸ਼ਨ ਤਿਆਰ ਕੀਤੇ ਜਾ ਰਹੇ ਹੈ ਤਾਂ ਕਿ ਉਹ ਨਾ ਸਾਡੇ ਮਤਲਬ ਮਨੁੱਖਾਂ ਨੂੰ, ਈਵਨ ਪਸ਼ੂਆਂ ਤੱਕ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਹੁਣ ਮੈਂ ਇੱਥੇ ਤੁਹਾਨੂੰ ਐਡਵਰਡ ਜੀਨਰ, ਜਿਨ੍ਹਾਂ ਨੇ ਇਨਵੈਂਸ਼ਨ ਕੀਤੀ ਸੀ ਚੇਚਕ ਦੇ ਟੀਕੇ ਦੀ, ਉਹਨਾਂ ਦੀ ਛੋਟੀ ਜਿਹੀ ਇੱਕ ਤੁਹਾਨੂੰ ਮੈਂ ਵੀਡੀਓ ਦਿਖਾਵਾਂਗੀ ਕਿ ਕਿੱਦਾਂ ਇਨਵੈਂਸ਼ਨ ਹੋਈ ਸੀ ਚੇਚਕ ਦੇ ਟੀਕੇ ਦੀ। ਕੀ ਐਡਵਰਡ ਜੀਨਰ ਨੇ ਸੋਚਿਆ, ਕੀ ਉਸ ਟਾਈਮ ਸੋਚ ਸੀਗੀ, ਹੈ ਨਾ, ਐਡਵਰਡ ਜੀਨਰ ਦੀ। ਠੀਕ ਹੈ, ਲੈਟ ਅਸ ਸਟਾਰਟ ਵਿਦ ਦਿਸ ਐਡਵਰਡ ਜੀਨਰ ਦੀ। ਤੇ ਲੈਟ अस स्टार्ट। हमारे एजुकेशनल चैनल बी फोकस्ड हम बात करेंगे चेचक के टीके की खोज करने वाले वैज्ञानिक एडवर्ड जेनर के बारे में। एडवर्ड जेनर का जन्म 17 मई 1749 ईस्वी को बर्कले इंग्लैंड में हुआ था। वो अपने पिता रेवरेंड स्टीफन जेनर के 9 संतानों में 8वें नंबर पर थे। उनके पिता बर्कले के एक चर्च में पादरी थे, इसलिए उन्हें अच्छी प्राथमिक शिक्षा दी गई। 14 वर्ष की आयु में वो एक सर्जन डेनियल लुडलो के पास अप्रेंटिस के तौर पर चले गए, जहां उन्होंने एक सर्जन के तौर पर सारी दक्षता प्राप्त की। इसके बाद लंदन के एक सर्जन जॉन हंटर की देखरेख में 21 वर्ष की आयु तक अध्ययन किया। उन्होंने अपनी MD की डिग्री 1792 में यूनिवर्सिटी ऑफ सेंट एंड्रयूज से प्राप्त की। एडवर्ड जेनर को इम्यूनाइजेशन और इम्यूनोलॉजी का पायनियर कहा जाता है। उनकी ट्रेनिंग के दौरान ही 1766 में एक दिन एक ग्वालिन लड़की सर्जन के कमरे में कुछ सलाह लेने आई और उसी समय चेचक के ऊपर कुछ बातचीत होने लगी। तो उस लड़की ने कहा कि मुझे चेचक की बीमारी नहीं हो सकती क्योंकि मुझे गौ शीतलता हो चुकी है। गौ शीतलता गायों को होने वाली एक बीमारी है जो उनके संपर्क में रहने वाले इंसानों को भी हो जाती है, जिसमें हाथों में छोटे छोटे जख्म या फुंसियां हो जाती हैं, लेकिन इससे पीड़ित व्यक्ति को कुछ खास तकलीफ नहीं होती। इस तथ्य को जानने के बाद ये बात उनके दिमाग में घूमती रही
जेनर ने 1796 में उस लड़की की कही हुई बात का परीक्षण करने का फैसला किया। उन्होंने एक ग्वालिन की उंगली के घाव से, जो गौ शीतलता से पीड़ित थी, कुछ द्रव लिया और उसे 8 साल की उम्र के एक बच्चे जेम्स फिलिप्स को इसका इंजेक्शन लगा दिया और इसके बाद बच्चे के ऊपर हल्का सा गौशीतलता का असर दिखने लगा। इसके 7 हफ्ते बाद जेनर ने चेचक से पीड़ित एक व्यक्ति के जख्म से कुछ मवाद इंजेक्शन में लिया और उसे वापस उसी बच्चे को लगा दिया, पर बच्चे के ऊपर चेचक की बीमारी का कोई असर नहीं हुआ। अब जेनर को पूरा विश्वास हो गया कि गौ शीतलता की वजह से बच्चा प्रतिरक्षित हो गया और इस तरह ग्वालिन लड़की की बात सच साबित हो गई। इस तरह चेचक के टीके का आविष्कार हुआ। चेचक की बीमारी की रोकथाम के लिए पूरी दुनिया में ये टीके लगाए जाने लगे और ਦੇਖੋ ਬੇਟਾ, ਇਸੇ ਤਰ੍ਹਾਂ ਚੇਚਕ ਦੀ ਜਿਹੜੀ ਬਿਮਾਰੀ ਹੈ ਉਹਦਾ ਕੀ ਹੋ ਗਿਆ, ਰੋਕਥਾਮ ਹੋ ਗਿਆ ਕਿ ਐਂਟੀਬਾਡੀਜ਼ ਆਪਾਂ ਡਿਵੈਲਪ ਕਰਦੀਆਂ ਬਾਡੀ 'ਚ ਕਿ ਕੋਈ ਹੋਰ ਬਿਮਾਰੀ ਦੇ ਇੰਜੈਕਸ਼ਨ ਜਿੱਤੋਂ ਉਹ ਸੰਕਰਮ ਜਿੱਤੋਂ ਉਹ ਪੀੜਿਤ ਸੀ ਉਸ ਬਿਮਾਰੀ ਦੇ ਅਸੀਂ ਜਿਹੜੇ ਵੀ ਸੀਗੇ ਜੀਵਾਣੂ ਉਹਨਾਂ ਨੂੰ ਬਾਡੀ 'ਚ ਇੰਜੈਕਟ ਕਰਤਾ, ਜਿਹਦੇ ਨਾਲ ਫਰਦਰ ਇਹ ਬਿਮਾਰੀ ਨਹੀਂ ਫੈਲਦੀ। ਇਸ ਤਰ੍ਹਾਂ ਬੇਟਾ ਐਡਵਰਡ ਜੀਨਰ ਨੇ ਜਿਹੜਾ ਹੈ ਇਹ ਬਿਮਾਰੀ ਦਾ ਇੰਜੈਕਸ਼ਨ ਲੱਭਿਆ। ਹੁਣ ਬੇਟਾ ਆਪਾਂ ਅੱਗੇ ਗੱਲ ਕਰਾਂਗੇ ਭੂਮੀ ਦੀ ਉਪਜਾਊ ਸ਼ਕਤੀ ਵਧਾਉਣ ਵਾਲੇ ਭੂਮੀ ਦੀ ਉਪਜਾਊ ਸ਼ਕਤੀ ਨੂੰ ਜਿਹੜੇ ਵਧਾਉਣ ਵਾਲੇ ਹੈ ਫਰਟੀਲਿਟੀ ਆਫ ਸੋਇਲ, ਉਹ ਕਿੱਦਾਂ ਆਪਾਂ ਕਰਾਂਗੇ। ਉਹਦੇ 'ਚ ਆਪਾਂ ਗੱਲ ਕਰਾਂਗੇ ਕਿ ਕੁਛ ਜੀਵਾਣੂ ਅਤੇ ਨੀਲੀ ਹਰੀ ਕਾਈ, ਬੇਟਾ ਦਿਸ ਇਜ਼ ਵੈਰੀ ਇੰਪੋਰਟੈਂਟ। ਕੁਛ ਜੀਵਾਣੂ ਅਤੇ ਨੀਲੀ ਹਰੀ ਕਾਈ ਵਾਯੂਮੰਡਲ ਵਿਚਲੀ ਮੁਕਤ ਨਾਈਟ੍ਰੋਜਨ ਦਾ ਸਥਿਰੀਕਰਨ ਕਰਕੇ ਮਿੱਟੀ ਨੂੰ ਨਾਈਟ੍ਰੋਜਨ ਭਰਪੂਰ ਕਰਦੇ ਹਨ ਅਤੇ ਇਸ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ। ਬੇਟਾ ਇਹਦਾ ਕੀ ਮਤਲਬ ਹੈ ਕਿ ਕਿਹੜਾ ਜੀਵਾਣੂ ਮਿੱਟੀ ਦੀ, ਜੇ ਪੇਪਰ 'ਚ ਕੁਐਸਚਨ ਆ ਜੇ ਕਿਹੜਾ ਜੀਵਾਣੂ ਮਿੱਟੀ ਦੀ ਜਿਹੜੀ ਉਪਜਾਊ ਸ਼ਕਤੀ ਵਧਾਉਂਦਾ ਹੈ, ਇੱਥੇ ਕੁਐਸਚਨ ਦਾ ਆਨਸਰ ਆਏਗਾ ਨੀਲੀ ਹਰੀ ਕਾਈ। ਤੇ ਹੁਣ ਇਹ ਕਰਦੀ ਕੀ ਹੈ, ਜਿਹੜੀ ਨੀਲੀ ਹਰੀ ਕਾਈ ਹੈ ਉਹ ਮੁਕਤ ਨਾਈਟ੍ਰੋਜਨ, ਬੇਟਾ ਮੁਕਤ ਨਾਈਟ੍ਰੋਜਨ ਜਿਹੜੀ ਐਟਮੋਸਫੇਅਰ 'ਚ ਹੁੰਦੀ ਹੈ ਉਹਦਾ ਸਥਿਰੀਕਰਨ ਕਰਕੇ ਜਿਹੜੀ ਮਿੱਟੀ ਨੂੰ ਹੈ ਉਹਦੀ ਉਪਜਾਊ ਸ਼ਕਤੀ ਵਧਾ ਦਿੰਦੀ ਹੈ। ਠੀਕ ਹੈ, ਉਹਦੀ ਉਪਜਾਊ ਸ਼ਕਤੀ ਨੂੰ ਕੀ ਕਰਦੀ ਹੈ, ਵਧਾ ਦਿੰਦੀ ਹੈ। ਬੇਟਾ ਆਹ ਦੇਖੋ, ਆਹ ਉਹਨਾਂ ਨੇ ਸਾਨੂੰ ਡਾਇਗਰਾਮ ਦਿੱਤੀ ਹੋ ਤੁਹਾਡੀ ਤਾਂ ਬੁੱਕ 'ਚ ਇੰਨੀਆਂ ਸੋਹਣੀਆਂ ਸੋਹਣੀਆਂ ਪਿਕਚਰਸ ਹੈ। ਆਹ ਦੇਖੋ ਨਾਈਟ੍ਰੋਜਨ ਸਥਿਰੀਕਰਨ ਵਾਲੀ ਨੀਲੀ ਹਰੀ ਕਾਈ। ਠੀਕ ਹੈ ਬੇਟਾ। ਹੁਣ ਬੇਟਾ ਇੱਥੇ ਇੱਕ ਤੁਹਾਡੀ ਨਾ ਕਿਰਿਆ ਹੈ। ਕਿਰਿਆ ਤੁਹਾਡੀ ਕੀ ਹੈ ਜੋ ਤੁਸੀਂ ਅੱਜ ਕਰਨੀ ਹੈ, ਤੁਸੀਂ 2 ਗਮਲੇ ਲੈਣੇ ਆ। ਕੀ ਲੈਣੇ ਆ? 2 ਗਮਲੇ। ਇੱਕ ਗਮਲੇ 'ਚ ਤੁਸੀਂ ਕੀ ਕਰਨਾ ਹੈ, ਇੱਕ ਗਮਲੇ 'ਚ ਤੁਸੀਂ ਪੋਲੀਥੀਨ, ਕੱਚ ਦੀਆਂ ਖਾਲੀ ਬੋਤਲਾਂ ਜਾਂ ਪਲਾਸਟਿਕ ਦੇ ਟੁੱਟੇ ਖਿਡੌਣੇ ਪਾ ਦੇਣੇ ਆ। ਤੇ ਦੂਜੇ ਗਮਲੇ 'ਚ ਤੁਸੀਂ ਕੀ ਪਾਉਣਾ? ਦੂਜੇ ਗਮਲੇ 'ਚ ਤੁਸੀਂ ਫਲਾਂ ਅਤੇ ਸਬਜ਼ੀਆਂ ਦੇ ਬੇਲੋੜੇ ਪਦਾਰਥ, ਮਤਲਬ ਜਿਹੜੇ ਕੂੜਾ ਕਰਕਟ, ਜਿਹੜਾ ਆਪਾਂ ਜਿੱਦਾਂ ਤੁਹਾਡੇ ਮੰਮੀ ਸਬਜ਼ੀ ਕੱਟਦੇ ਨੇ ਹੈ ਨਾ, ਅਤੇ ਜਿਹੜੀ ਰਹਿੰਦ ਖੂੰਹਦ ਬਚ ਜਾਂਦੀ ਹੈ ਉਹ ਪਾਉਣੀ ਹੈ। ਫਿਰ ਤੁਸੀਂ ਕੀ ਕਰਨਾ ਹੈ, ਦੋਨਾਂ ਗਮਲਿਆਂ ਦਾ ਨਿਰੀਖਣ ਕਰਨਾ ਹੈ। ਜਦੋਂ ਤੁਸੀਂ ਦੋਨੋਂ ਗਮਲਿਆਂ ਦਾ ਬੇਟਾ ਨਿਰੀਖਣ ਕਰੋਗੇ ਨਾ, ਤੇ ਪੌਦਿਆਂ ਦੀ ਜਿਹੜੀ ਰਹਿੰਦ ਖੂੰਹਦ ਹੈ ਉੱਤੇ ਸੂਖਮ ਜੀਵੀ ਕਿਰਿਆ ਕਰਨਗੇ ਅਤੇ ਉਸ ਨੂੰ ਦੇਸੀ ਖਾਦ ਵਿੱਚ ਬਦਲ ਦੇਣਗੇ। ਅੱਜ ਕੱਲ੍ਹ ਤੇ ਬਹੁਤ ਇੰਪੋਰਟੈਂਟ ਹੈ ਬੇਟਾ, ਤੁਹਾਡੇ ਸਕੂਲਾਂ 'ਚ ਵੀ ਹੈ। ਕੀ ਹੈ ਤੁਹਾਡੇ ਸਕੂਲਾਂ 'ਚ? ਤੁਹਾਡੇ ਸਕੂਲਾਂ 'ਚ ਹੈਗੀ ਹੈ ਕੰਪੋਸਟ ਪਿਟ। ਕੰਪੋਸਟ ਪਿਟ 'ਚ ਆਪਾਂ ਕੀ ਕਹਿੰਦੇ ਆ ਕਿ ਮਿਡ ਡੇ ਮੀਲ ਦਾ ਜਿਹੜਾ ਸਾਰਾ ਸਮਾਨ ਹੈ ਉਹਦੇ ਵਿੱਚ ਪਾਓ, ਹੈ ਨਾ, ਉਹਦੇ ਵਿੱਚ ਪਾਓ। ਔਰ ਉਹਦੇ ਕਰਕੇ ਕੀ ਹੋਏਗਾ ਕਿ ਜਿਹੜੀ ਉੱਤੇ ਸੂਖਮ ਜੀਵੀ ਹੈ ਕਿਰਿਆ ਕਰਨਗੇ, ਤੇ ਕਿਰਿਆ ਕਰਨਗੇ ਤੇ ਕੀ ਹੋਏਗਾ, ਉਹਨੂੰ ਖਾਦ ਵਿੱਚ ਬਦਲ ਦੇਣਗੇ। ਉਹੀ ਖਾਦ ਤੁਸੀਂ ਚੁੱਕ ਕੇ ਪੌਦਿਆਂ ਨੂੰ ਜਾਂ ਮਿੱਟੀ ਦੇ ਗਮਲਿਆਂ ਵਿੱਚ ਪਾ ਸਕਦੇ ਹੋ। ਠੀਕ ਹੈ, ਬਟ ਜਿਹੜਾ ਪਲਾਸਟਿਕ ਵਾਲਾ ਗਮਲਾ ਹੈ ਉਹਦੇ ਵਿੱਚ ਕੋਈ ਵੀ ਕਿਰਿਆ ਨਹੀਂ ਹੋਏਗੀ। ਪਲਾਸਟਿਕ ਵਾਲੇ ਕਮਰੇ 'ਚ ਕੋਈ ਵੀ ਕਿਰਿਆ ਨਹੀਂ ਹੋਏਗੀ ਬੇਟਾ। ਕਿਉਂ? ਕਿਉਂਕਿ ਜਿਹੜੇ ਸੂਖਮ ਜੀਵੀ ਹੈ ਉੱਤੇ ਐਕਟ ਨਹੀਂ ਕਰਨਗੇ, ਉੱਤੇ ਐਕਟ ਨਹੀਂ ਕਰਨਗੇ। ਤੁਸੀਂ ਅਕਸਰ ਹੀ ਬਹੁਤ ਜ਼ਿਆਦਾ ਮਾਤਰਾ ਵਿੱਚ ਗਲਿਆ ਸੜਿਆ ਜੀਵ ਪਦਾਰਥ ਮ੍ਰਿਤ ਪੌਦਿਆਂ ਤੇ ਜੀਵਾਂ ਰੂਪ ਵਿੱਚ ਧਰਤੀ ਉੱਪਰ ਪਿਆ ਵੇਖਿਆ ਹੋਵੇਗਾ, ਪਰੰਤੂ ਤੁਸੀਂ ਨੋਟ ਕੀਤਾ ਹੋਵੇਗਾ ਕਿ ਕੁਝ ਦਿਨਾਂ ਬਾਅਦ ਉਹ ਜੀਵ ਪਦਾਰਥ ਉੱਥੇ ਅਲੋਪ ਹੋ ਜਾਂਦਾ ਹੈ।
ਕਿਉਂ ਲੋਪ ਹੋ ਜਾਂਦਾ ਹੈ? ਕਿਉਂਕਿ ਜਿਹੜੇ ਸੂਖਮ ਜੀਵੀ ਹੈ ਉਹਨਾਂ ਤੇ ਕਿਰਿਆ ਕਰਕੇ ਉਹਨਾਂ ਦਾ ਅਪਘਟਨ ਕਰ ਦਿੰਦੇ ਹਨ। ਵੈਰੀ ਇੰਪੋਰਟੈਂਟ, ਉਹਨਾਂ ਨੂੰ ਅਪਘਟਿਤ ਕਰ ਦਿੰਦੇ ਹਨ। ਇਸ ਤਰ੍ਹਾਂ ਸੂਖਮ ਜੀਵ ਹਾਨੀਕਾਰਕ ਅਤੇ ਬਦਬੂਦਾਰ ਪਦਾਰਥਾਂ ਦਾ ਅਪਘਟਨ ਕਰਨ ਲਈ ਵਰਤੇ ਜਾਂਦੇ ਹਨ ਅਤੇ ਇਸ ਤਰ੍ਹਾਂ ਵਾਤਾਵਰਣ ਦੀ ਸਫਾਈ ਹੁੰਦੀ ਹੈ। ਪ੍ਰਸ਼ਨ ਬਣੇਗਾ ਤੁਹਾਡਾ ਇੱਥੇ, ਕਿਸ ਤਰ੍ਹਾਂ ਸੂਖਮ ਜੀਵ ਵਾਤਾਵਰਣ ਦੀ ਸਫਾਈ ਕਰਦੇ ਹਨ? ਕੀ ਕਰਦੇ ਨੇ? ਉਹ ਕੀ ਕਰਦੇ ਨੇ? ਮ੍ਰਿਤ ਪੌਦਿਆਂ ਅਤੇ ਜੰਤੂਆਂ ਨੂੰ ਸਰਲ ਪਦਾਰਥਾਂ ਵਿੱਚ ਬਦਲ ਦਿੰਦੇ ਹਨ ਅਤੇ ਉਹਨਾਂ ਨੂੰ ਕੀ ਕਰਦੇ ਨੇ? ਉਹਨਾਂ ਦਾ ਅਪਘਟਨ ਕਰ ਦਿੰਦੇ ਹਨ ਅਤੇ ਉਹ ਵਾਤਾਵਰਣ ਦੀ ਸਫਾਈ ਕਰਦੇ ਹਨ। ਬੇਟਾ ਇਹ ਤਾਂ ਸਾਡੇ ਸੀ ਸੂਖਮ ਜੀਵਾਂ ਦੇ ਯੂਜ਼ਸ। ਪਰ ਹੁਣ ਅਗਰ ਆਪਾਂ ਗੱਲ ਕਰੀਏ ਤਾਂ ਕੁਝ ਜੀਵ ਜਿਹੜੇ ਸੂਖਮ ਜੀਵ ਹੈ ਉਹ ਹਾਨੀਕਾਰਕ ਵੀ ਹਨ। ਕੀ ਹਨ? ਹਾਨੀਕਾਰਕ। ਬੇਟਾ ਜਿਹੜੇ ਸੂਖਮ ਜੀਵ ਹਾਨੀਕਾਰਕ ਹੈ ਉਹਨਾਂ ਨੂੰ ਆਪਾਂ ਪੈਥੋਜਨਸ ਕਹਿੰਦੇ ਆ। ਕੀ ਕਹਿੰਦੇ ਆ? ਪੈਥੋਜਨਸ। ਆ ਦੇਖੋ ਤੁਹਾਡੇ ਸੂਖਮ ਜੀਵ ਜਿਹੜੇ ਹਾਨੀਕਾਰਕ ਹੈ ਉਹਨਾਂ ਨੂੰ ਆਪਾਂ ਪੈਥੋਜਨਸ ਕਹਿੰਦੇ ਆ। ਮੈਂ ਇੱਥੇ ਤੁਹਾਨੂੰ ਡਰਾ ਕਰਕੇ ਦਿਖਾਉਂਦੀ ਹਾਂ, ਠੀਕ ਹੈ। ਆ ਦੇਖੋ, ਰੋਗਜਨਕ ਸੂਖਮ ਜੀਵ ਯਾਨੀ ਪੈਥੋਜਨਸ, ਠੀਕ ਹੈ। ਬਿਮਾਰੀਆਂ ਫੈਲਾਉਣ ਵਾਲੇ ਹੁੰਦੇ ਨੇ, ਕਈ ਚਮੜੀ ਦੇ ਰੋਗ ਪੈਦਾ ਕਰ ਸਕਦੇ, ਕੱਪੜੇ ਚਮੜੇ ਨੂੰ ਨਸ਼ਟ ਕਰ ਦਿੰਦੇ ਨੇ, ਠੀਕ ਹੈ। ਹਾਨੀਕਾਰਕ ਵੀ ਹੁੰਦੇ ਹਨ। ਹੁਣ ਆਪਾਂ ਥੋੜ੍ਹੇ ਜਿਹੇ ਇੱਥੇ ਸੂਖਮ ਜੀਵਾਂ ਦੀ ਗੱਲ ਕਰਾਂਗੇ। ਮਨੁੱਖ ਵਿੱਚ ਰੋਗ ਫੈਲਾਉਣ ਵਾਲੇ ਸੂਖਮ ਜੀਵ, ਬੇਟਾ ਪਤਾ ਲੱਗ ਗਿਆ ਤੁਹਾਨੂੰ, ਉਹਨਾਂ ਨੂੰ ਆਪਾਂ ਪੈਥੋਜਨਸ ਕਹਿੰਦੇ ਆ, ਠੀਕ ਹੈ। ਰੋਗਜਨਕ ਸੂਖਮ ਜੀਵ ਕੀਟਾਣੂ ਪੈਥੋਜਨ ਸਾਡੇ ਸਰੀਰ ਅੰਦਰ ਸਾਹ ਲੈਣ ਲਈ ਅੰਦਰ ਲਿਜਾਈ ਗਈ ਹਵਾ ਦੁਆਰਾ, ਪੀਣ ਵਾਲੇ ਪਾਣੀ ਦੁਆਰਾ ਅਤੇ ਖਾਧੇ ਗਏ ਭੋਜਨ ਦੁਆਰਾ ਦਾਖਲ ਹੋ ਜਾਂਦੇ ਨੇ। ਬੇਟਾ ਸਭ ਕੁਝ ਤੁਸੀਂ ਕਰੋਨਾ ਵਾਇਰਸ ਦੇ ਨਾਲ ਜੋੜ ਕੇ ਦੇਖੋ। ਕਰੋਨਾ ਵਾਇਰਸ ਲਈ ਤੁਹਾਨੂੰ ਕਹਿ ਰਿਹਾ ਹੈ ਕਿ ਸਾਹ ਨਾਲ ਵੀ ਹੋ ਰਿਹਾ ਹੈ, ਇਸ ਲਈ ਤੁਹਾਨੂੰ ਮਾਸਕ ਪਵਾ ਰਿਹਾ ਹੈ, ਠੀਕ ਹੈ। ਤੁਹਾਨੂੰ ਕਹਿ ਰਹੇ ਬਾਰ-ਬਾਰ ਹੱਥ ਧੋਵੋ, ਠੀਕ ਹੈ। ਸੂਖਮ ਜੀਵਾਂ ਦੁਆਰਾ ਫੈਲਾਏ ਜਾਣ ਵਾਲੇ ਰੋਗ ਜੋ ਇੱਕ ਰੋਗੀ ਤੰਦਰੁਸਤ ਤੋਂ ਹਵਾ, ਪਾਣੀ ਅਤੇ ਭੋਜਨ ਨਾਲ ਹੁੰਦੇ ਹਾਂ ਉਹਨਾਂ ਨੂੰ ਲਾਗ ਦੇ ਰੋਗ ਕਹਿੰਦੇ ਹਨ। ਇੰਗਲਿਸ਼ ਮੀਡੀਅਮ ਉਹਨਾਂ ਨੂੰ ਕਮਿਊਨੀਕੇਬਲ ਡਿਸੀਜ਼ਸ ਕਹਿੰਦੇ ਆ, ਜੋ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਹੋ ਜਾਂਦੀਆਂ ਨੇ। ਬੇਟਾ ਤਾਂ ਹੀ ਤਾਂ ਕਹਿੰਦੇ ਆ ਕਿ ਜਦੋਂ ਵੀ ਤੁਹਾਨੂੰ ਛਿੱਕ ਹੋਵੇ ਜਾਂ ਖਾਂਸੀ ਆਵੇ ਤਾਂ ਤੁਸੀਂ ਕੂਣੀ ਅੱਗੇ ਰੱਖ ਲਓ, ਠੀਕ ਹੈ ਨਾ ਬੇਟਾ। ਜ਼ੁਕਾਮ, ਚਿਕਨ ਪੌਕਸ, ਟੀਬੀ, ਔਰ ਇੱਕ ਐਗਜ਼ਾਮਪਲ ਤੁਹਾਡੀ ਹੋਰ ਇਹ 'ਚ ਜੁੜ ਗਈ ਹੁਣ, ਬਹੁਤ ਹੀ ਇੰਪੋਰਟੈਂਟ, ਤੁਸੀਂ ਲਿਖ ਸਕਦੇ ਹੋ ਪੇਪਰ 'ਚ, COVID-19। ਕੀ ਲਿਖ ਸਕਦੇ ਹੋ ਤੁਸੀਂ? COVID-19, ਠੀਕ ਹੈ ਬੇਟਾ। ਜਦੋਂ ਇੱਕ ਜ਼ੁਕਾਮ ਨਾਲ ਪੀੜਿਤ ਜਾਂ COVID-19 ਨਾਲ ਪੀੜਿਤ ਵਿਅਕਤੀ ਛਿੱਕਾ ਮਾਰਦਾ ਹੈ ਤਾਂ ਹਜ਼ਾਰਾਂ ਹੀ ਵਿਸ਼ਾਣੂ, ਆ ਤੁਹਾਨੂੰ ਰੀਜ਼ਨ ਪਤਾ ਲੱਗ ਗਿਆ ਕਿਉਂ ਤੁਹਾਨੂੰ ਕਹਿ ਰਹੇ ਮਾਸਕ ਪਾਓ, ਕਿਉਂਕਿ ਹਜ਼ਾਰਾਂ ਹੀ ਵਿਸ਼ਾਣੂ ਜਿਹੜੇ ਹੈ ਉਹ ਛੋਟੇ-ਛੋਟੇ ਤੁਪਕੇ ਹਵਾ ਵਿੱਚ ਫੈਲ ਜਾਂਦੇ ਹਨ ਅਤੇ ਇਹ ਵਿਸ਼ਾਣੂ ਤੰਦਰੁਸਤ ਵਿਅਕਤੀ ਦੇ ਅੰਦਰ ਜਾ ਕੇ ਉਹਨੂੰ ਵੀ ਬਿਮਾਰ ਕਰ ਦਿੰਦੇ ਨੇ। ਬੇਟਾ ਇਸ ਲਈ ਫਿਰ ਤੁਸੀਂ ਇਹਨਾਂ ਲਾਗ ਦੇ ਰੋਗਾਂ ਫੈਲਣ ਨੂੰ ਕਿਵੇਂ ਬਚਾ ਸਕਦੇ ਹੋ? ਸਭ ਤੋਂ ਵੱਡਾ ਕਿੱਦਾਂ ਬਚਾ ਸਕਦੇ ਹੋ? ਪਹਿਲੇ ਤਾਂ ਦੂਰੀ ਬਣਾ ਕੇ ਰੱਖੋ, ਸੋਸ਼ਲ ਡਿਸਟੈਂਸਿੰਗ, ਠੀਕ ਹੈ, 2 ਮੀਟਰ ਦੀ ਦੂਰੀ। ਉਸ ਤੋਂ ਬਾਅਦ ਤੁਸੀਂ ਮਾਸਕ ਪਾਓ। ਕੀ ਕਰੋ? ਮਾਸਕ ਪਾਓ, ਠੀਕ ਹੈ। ਚੀਕਾਂ ਮਾਰਨ ਸਮੇਂ ਸਾਨੂੰ ਆਪਣਾ ਰੁਮਾਲ ਨੱਕ ਅਤੇ ਮੂੰਹ ਅੱਗੇ ਰੱਖਣਾ ਚਾਹੀਦਾ ਹੈ। ਇਹ ਵੀ ਵਧੀਆ ਹੋਵੇਗਾ ਕਿ ਅਸੀਂ ਰੋਗੀ ਵਿਅਕਤੀ ਤੋਂ ਕੁਝ ਦੂਰੀ ਬਣਾਈਏ। ਕੁਝ ਕੀਟ ਅਤੇ ਜੰਤੂ ਇਹਨਾਂ ਰੋਗਾਂ ਫੈਲਾਉਣ ਲਈ ਕੀਟਾਣੂਆਂ ਲਈ ਵਾਹਕ ਦਾ ਕੰਮ ਕਰਦੇ ਹਨ, ਜਿੱਦਾਂ ਕਿ ਮੱਖੀ ਬਹੁਤ ਕੂੜੇ ਕਰਕੇ ਉੱਪਰ ਬੈਠ ਜਾਂਦੀ ਹੈ ਅਤੇ ਉਹੀ ਮੱਖੀ ਘਰਾਂ 'ਚ ਚਿਪਕ ਜਾਂਦੀ ਹੈ। ਇਹ ਮੱਖੀਆਂ ਅਣਢੱਕੇ ਭੋਜਨ 'ਤੇ ਬਹਿ ਜਾਂਦੀਆਂ ਅਤੇ ਇਹ ਵੀ ਇੱਕ ਵਾਹਕ ਦਾ ਕੰਮ ਕਰਦੀਆਂ ਹਨ। ਇਹਦੇ ਲਈ ਆਪਾਂ ਕਿੱਦਾਂ ਬਚਾਅ ਕਰ ਸਕਦੇ ਹਾਂ? ਇਹਦੇ ਲਈ ਬੇਟਾ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਭੋਜਨ ਨੂੰ ਹਮੇਸ਼ਾ ਢੱਕ ਕੇ ਰੱਖੋ, ਠੀਕ ਹੈ। ਅਣਢੱਕਿਆ ਭੋਜਨ ਨਾ ਖਾਓ। ਔਰ ਇੱਥੇ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਤੁਹਾਡੀ ਐਕਸਰਸਾਈਜ਼ 'ਚ ਵੀ ਹੈ। ਰੋਗ ਵਾਹਕ ਦੀ ਇੱਕ ਉਦਾਹਰਨ ਮਾਦਾ ਐਨੇਫਲੀਜ਼ ਮੱਛਰ ਹੈ ਜੋ ਮਲੇਰੀਆ ਰੋਗ ਦੇ ਪਰਜੀਵੀ ਦਾ ਵਾਹਕ ਹੈ। ਬੇਟਾ ਅੱਜ ਤੱਕ ਤੁਸੀਂ ਪੜ੍ਹਿਆ ਸੀ ਕਿ ਮੱਛਰ ਕਿੱਥੋਂ ਮਲੇਰੀਆ ਕਿੱਥੋਂ ਹੁੰਦਾ, ਤੇ ਤੁਸੀਂ ਕਹਿੰਦੇ ਸੀ ਮੱਛਰ ਤੋਂ, ਪਰ ਉਹ ਮੱਛਰ ਕਿੱਥੋਂ, ਉਹ ਮੱਛਰ ਕਿਹੜਾ ਹੈ? ਉਹ ਹੈ ਮਾਦਾ ਐਨੀਫਲੀਜ਼ ਮੱਛਰ। ਤੇ ਡੇਂਗੂ ਬੜਾ ਸੁਣਿਆ ਜੇ ਤੁਸੀਂ, ਡੇਂਗੂ ਹੁੰਦਾ ਜੀ, ਉਹ ਕਿੱਥੋਂ ਹੁੰਦਾ? ਮਾਦਾ ਏਡੀਜ਼ ਮੱਛਰ ਤੋਂ ਵਿਸ਼ਾਣੂ ਵਾਹਕ ਹੈ ਜੋ ਕੀ ਹੁੰਦਾ ਹੈ? ਮੱਛਰ ਡੇਂਗੂ ਹੁੰਦਾ ਜਿੱਤੋਂ। 2 ਚੀਜ਼ਾਂ ਆਪਾਂ ਯਾਦ ਕਰ ਲੈਣੀਆਂ ਇੱਥੇ ਕਿ ਮਾਦਾ ਐਨੀਫਲਿਸ ਮੱਛਰ ਤੋਂ ਸਾਨੂੰ ਕੀ ਹੁੰਦਾ ਹੈ?
ਮਲੇਰੀਆ, ਤੇ ਮਾਦਾ ਏਡੀਜ਼ ਮੱਛਰ ਤੋਂ ਸਾਨੂੰ ਕੀ ਹੁੰਦਾ ਹੈ, ਡੇਂਗੂ। ਠੀਕ ਹੈ ਬੇਟਾ। ਹੁਣ ਦੇਖੋ ਪਾਣੀ ਨਾ ਇਕੱਠਾ ਹੋਣ ਦਿਓ, ਆਪਾਂ ਕਹਿੰਦੇ ਜਿੱਦਾਂ ਹੀ ਗਰਮੀਆਂ ਆਈਆਂ ਪਾਣੀ ਨਾ ਇਕੱਠਾ ਹੋਣ ਦਿਓ, ਬਿਕੋਜ਼ ਆਹ ਦੇਖੋ ਉਹਨਾਂ ਨੇ ਮਾਦਾ ਐਨੀਫਿਲਿਸ ਮੱਛਰ ਦੀ ਤੁਹਾਨੂੰ ਫੋਟੋ ਵੀ ਦਿਖਾਈ ਹੈ। ਠੀਕ ਹੈ। ਸਾਰੇ ਮੱਛਰ ਪਾਣੀ ਵਿੱਚ ਅੰਡੇ ਦਿੰਦੇ ਹਨ, ਇਸ ਲਈ ਸਾਨੂੰ ਕੂਲਰ, ਟਾਇਰ, ਫੂਲਦਾਨ ਆਦਿ ਕਿਸੇ ਵੀ ਥਾਂ 'ਤੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਅਸੀਂ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਸੁੱਕਾ ਰੱਖ ਕੇ ਮੱਛਰਾਂ ਨੂੰ ਵਧਣ ਤੋਂ ਰੋਕ ਸਕਦੇ ਹਾਂ। ਕੁਝ ਅਜਿਹਾ ਢੰਗ ਦੀ ਸੂਚੀ ਬਣਾਓ ਜੋ ਮਲੇਰੀਆ ਨੂੰ ਫੈਲਣ ਤੋਂ ਬਚਾ ਸਕਦੀ ਹੈ। ਇਹ ਵੀ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਤੁਸੀਂ ਜਿਹੜੀ ਹੈ ਕਿੱਦਾਂ ਮਲੇਰੀਆ ਤੋਂ ਬਚਾ ਸਕਦੇ ਹੋ। ਕੂਲਰ, ਟਾਇਲ, ਫੂਲਦਾਨ 'ਚ ਪਾਣੀ ਨਾ ਇਕੱਠੇ ਹੋਣ ਦਿਓ, ਪਾਣੀ ਦੀ ਟੈਂਕੀ ਨੂੰ ਸਾਫ਼ ਕਰਾਓ। ਠੀਕ ਹੈ ਨਾ। ਜਿੱਥੇ ਤੁਹਾਨੂੰ ਲੱਗਦਾ ਹੈ ਕਿ ਪਾਣੀ ਲੀਕ ਕਰ ਰਿਹਾ ਉਹਨੂੰ ਵੀ ਖ਼ਤਮ ਕਰੋ। ਠੀਕ ਹੈ ਬੇਟਾ। ਆਹ ਤੁਹਾਡੇ ਡਾਇਗ੍ਰਾਮ ਇੱਕ ਚਾਰਟ ਦਿੱਤਾ ਬੁੱਕ 'ਚ, ਵੈਰੀ ਇੰਪੋਰਟੈਂਟ, ਕਿ ਮਨੁੱਖੀ ਰੋਗ ਕਿਹੜੇ ਕਿਹੜੇ ਹੈ ਅਤੇ ਕਿੱਥੋਂ ਕਿੱਥੋਂ ਦੇ। ਜਿੱਦਾਂ TB ਜੀਵਾਣੂ ਤੋਂ ਹੁੰਦਾ ਹੈ, ਕਣਪੇੜੇ ਵਿਸ਼ਾਣੂ ਤੋਂ ਹੁੰਦਾ ਹੈ, ਚਿਕਨ ਪੌਕਸ ਵਿਸ਼ਾਣੂ ਤੋਂ ਹੁੰਦਾ ਹੈ, ਪੋਲੀਓ ਵਿਸ਼ਾਣੂ ਤੋਂ ਹੁੰਦਾ ਹੈ, ਇੱਕ ਹੋਰ ਚੀਜ਼ ਵਿਸ਼ਾਣੂ ਤੋਂ ਹੁੰਦੀ ਹੈ, COVID-19। ਠੀਕ ਹੈ ਨਾ। COVID-19 ਵਿਸ਼ਾਣੂ ਤੋਂ ਹੁੰਦਾ ਹੈ। ਠੀਕ ਹੈ। ਹੈਜਾ ਅਤੇ ਮਿਆਦੀ ਬੁਖਾਰ ਜੀਵਾਣੂ ਤੋਂ ਹੁੰਦਾ ਹੈ। ਹੈਪੇਟਾਈਟਿਸ A ਵਿਸ਼ਾਣੂ ਤੋਂ ਹੁੰਦਾ ਹੈ। ਮਲੇਰੀਆ ਪ੍ਰੋਟੋਜ਼ੋਆ ਤੋਂ ਹੁੰਦਾ ਹੈ। ਇੱਥੇ ਡੇਂਗੂ ਵੀ ਆ ਸਕਦਾ ਹੈ ਨਾ। ਠੀਕ ਹੈ ਬੇਟਾ। ਬਚਾਓ ਅਤੇ ਉਪਾਅ ਇਹਦੇ ਪੜ੍ਹਨੇ ਆ ਤੁਸੀਂ, ਇਹੀ ਪੇਪਰ 'ਚ ਆਉਣੇ ਆ ਕਿ ਕਿੱਦਾਂ ਤੁਸੀਂ ਬਚਾ ਸਕਦੇ ਹੋ। ਜਿੱਦਾਂ ਹੁਣ ਦੇਖੋ ਵੀ COVID-19 ਤੇ ਤਾਂ ਤੁਹਾਨੂੰ ਰੱਟ ਗਏ, ਰੋਗੀ ਨੂੰ ਅਲੱਗ ਰੱਖੋ, ਰੋਗੀ ਦੁਆਰਾ ਵਰਤੇ ਜਾਣ ਵਾਲੇ ਬਰਤਨ, ਕੱਪੜੇ ਤੇ ਹੋਰ ਸਮਾਨ ਬਾਕੀ ਮੈਂਬਰਾਂ ਤੋਂ ਅਲੱਗ ਕਰੋ, ਉਚਿਤ ਸਮੇਂ ਤੇ ਟੀਕਾਕਰਨ ਕੱਢੋ, ਲਵਾਓ, ਪਰ ਇਹਦਾ ਟੀਕਾਕਰਨ ਸਾਡੇ ਕੋਲ ਨਹੀਂ ਹੈ ਹਜੇ, ਇਸ ਲਈ ਇਸ ਰੋਗ ਤੋਂ ਨਹੀਂ ਬਚਿਆ ਜਾ ਸਕਦਾ। ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ, ਜਿਹੜੇ ਨਿਰਦੇਸ਼ ਤੁਹਾਨੂੰ ਗਵਰਨਮੈਂਟ ਟਾਈਮ 'ਤੇ ਦਿੰਦੀ ਉਹਨਾਂ ਨੂੰ ਫੋਲੋ ਕਰੋ। ਕੱਲ੍ਹ ਆਪਾਂ ਅੱਗੇ ਇਸ ਚੈਪਟਰ ਨੂੰ ਲਵਾਂਗੇ। ਅੱਜ ਫਿਲਹਾਲ ਇਸ ਚੈਪਟਰ 'ਚੋਂ ਜਿਹੜੇ ਕੁਐਸਚਨ ਬਣਦੇ ਹੋ ਤੁਸੀਂ ਕਰੋ। ਤੇ ਗੁੱਡ ਬਾਏ, ਸਟੇ ਹੋਮ, ਸਟੇ ਹੈਲਦੀ।